राखो प्रभु नानक दे कर हथ। उस्तत मन में कर निरंकार, कर मन मेरे सत व्यवहार। निर्मल रसना अमृत पियो, सदा सुहेला कर लह जियो। नैनो पेग ठाकुर का रंग, साध संग बिनसै सब संग। चरण चलो मार्ग गोबिंद, मिटै पाप जपिय हर बिंद। कर हर करम श्रवण हर कथा, हर दरगह नानक उज्जल मथा। बेशुमार अथाह अगणत अतुलै, ज्यों बुलावो त्यों नानक दास बोलै। सतनाम वाहिगुरु जी। श्लोक महला तीजा। वाहो वाहो बाणी निरंकार है, तुझे वड्यावर न कोय। वाह वाह अगम अथाओ है, वाह वाह सच्चा सोए। वाहो वाहो वे परवाहो है, वाह वाह कर सोए। वाहो वाहो अमृत नाम है, गुरमुख पावै कोय। वाह वाह करमी पाई है, आप दया कर दे। नानक वाह वाह गुरमुख पाई है, अन दिन नाम लए। वाहिगुरु जी का खालसा, वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। गुरु पातशाह जी ने बख्शिश की है, सतसंगत का अमोलक समा बख्शिश किया है। गुरबाणी की जो लड़ीवार कथा आपां नूं प्राप्त हो रही है, जिसके तहत गुजरी राग की जो वार है गुरु अमरदास महाराज जी की उचारण की हुई है। सतगुरु जी की इस पावन बाणी दे विच जो गुरु पातशाह जी उपदेश कर रहे हैं, पावन अमृत बचन जो विचार अधीन हैं, ये पावन अमृत बचन श्री गुरु ग्रंथ साहिब महाराज जी के पावन अंग 515 ਅਤੇ 516 ਤੇ ਸੁਭਾਏਮਾਨ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਮੇਂ ਸਮੇਰ ਪਰਬਤ ਤੇ ਗਏ ਤੇ ਸਿੱਧਾਂ ਦੇ ਨਾਲ ਉੱਥੇ ਵਿਚਾਰ ਚਰਚਾ ਹੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਜਦੋਂ ਆਤਮਿਕ ਗਿਆਨ ਦੀਆਂ ਰੂਹਾਨੀਅਤ ਦੀਆਂ ਵਿਚਾਰਾਂ ਸਰਵਣ ਕੀਤੀਆਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਸਮੇਂ ਜਿਹੜੀ ਸਰੀਰਕ ਉਮਰ ਹੈ ਉਹ ਕੋਈ ਬਹੁਤੀ ਵੱਡੀ ਉਮਰ ਨਹੀਂ ਹੈ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਧ ਵੱਡੀਆਂ ਵੱਡੀਆਂ ਉਮਰਾਂ ਦੇ ਮਾਲਕ, ਤੇ ਉਹ ਸਿੱਧ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਕਲੇ ਹੋਏ ਰੂਹਾਨੀਅਤ ਦੇ ਬ੍ਰਹਮ ਦੇ ਵਿਚਾਰ ਬਚਨ ਸੁਣ ਕੇ ਵਿਚਾਰ ਕਰਦੇ ਨੇ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਹਮਰਾ ਪੰਥ ਕਰੇ ਉਜਿਆਲਾ। ਉਹਨਾਂ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਬਾਲਕ ਹਨ, ਪਰ ਜਦੋਂ ਸਤਿਗੁਰੂ ਜੀ ਦੇ ਵਿਚਾਰ ਉਹਨਾਂ ਨੇ ਸਰਵਣ ਕੀਤੇ ਨੇ ਤਾਂ ਉਹ ਬੜੇ ਸਤਿਗੁਰੂ ਜੀ ਤੋਂ ਪ੍ਰਭਾਵਿਤ ਹੋਏ ਹਨ।
ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ, ਤੁਹਾਡੇ ਕੋਲ ਇਹ ਖਜ਼ਾਨਾ ਕਿਵੇਂ ਆਇਆ ਹੈ? ਇੰਨੀ ਸ਼ਕਤੀ, ਇਹ ਰੂਹਾਨੀਅਤ ਦਾ ਮੁਜੱਸਮਾ, ਗਿਆਨ, ਸਾਰਾ ਕੁਝ ਇਹ ਕਿਵੇਂ ਪ੍ਰਾਪਤ ਹੋਇਆ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਬਚਨ ਆਖਦੇ ਨੇ, ਉਹ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ ਕਿ ਗੁਰ ਸ਼ਬਦ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਤਾਂ ਗੁਰੂ ਦਾ ਸ਼ਬਦ, ਇੱਕ ਗੁਰੂ ਦੀ ਸੰਗਤ, ਇਹ ਦੋ ਚੀਜ਼ਾਂ ਹਨ ਜਿਨ੍ਹਾਂ ਦੇ ਦੁਆਰਾ ਇਹ ਸਾਰਾ ਕੁਝ ਪ੍ਰਾਪਤ ਹੋਇਆ ਹੈ। ਭਾਵ ਗੁਰਬਾਣੀ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ ਹੈ। ਰੂਹਾਨੀਅਤ ਦਾ ਜਿੰਨਾ ਵੀ ਖਜ਼ਾਨਾ ਹੈ ਉਹ ਗੁਰਬਾਣੀ ਦੇ ਵਿੱਚ ਛੁਪਿਆ ਹੈ। ਭਾਈ ਗੁਰਦਾਸ ਜੀ ਇਸ ਤਰ੍ਹਾਂ ਵੀ ਬਾਣੀ ਆਪਣੀ ਵਿੱਚ ਲਿਖਦੇ ਨੇ ਕਿ ਗੁਰਬਾਣੀ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਚੈ ਪ੍ਰਸਾਦ ਪਾਵਈ। ਸਮੁੰਦਰ ਦੇ ਕਿਨਾਰੇ ਪਤਾ ਨਹੀਂ ਕਿੰਨੀ ਕੁ ਦੁਨੀਆ ਰੋਜ਼ ਜਾਂਦੀ ਹੈ ਕਿ ਉਹ ਸਮੁੰਦਰ ਵਿੱਚੋਂ ਕੀਮਤੀ ਮੋਤੀ ਹੀਰੇ ਕੱਢ ਕੇ ਲਿਆਉਂਦੇ ਨੇ? ਕਦੇ ਵੀ ਨਹੀਂ। ਬੜੀ ਦੁਨੀਆ ਸਮੁੰਦਰ ਦੇ ਕਿਨਾਰੇ ਜਾਂਦੀ ਹੈ ਤੇ ਸਮੁੰਦਰ ਨੂੰ ਵੇਖ ਕੇ ਬੜੇ ਹੈਰਾਨ ਹੁੰਦੇ ਨੇ ਤੇ ਬੜੇ ਖੁਸ਼ ਵੀ ਹੁੰਦੇ ਨੇ। ਵੇਖੋ ਕਿੱਡਾ ਵੱਡਾ ਸਮੁੰਦਰ ਹੈ। ਤੇ ਉੱਥੇ ਘੁੰਮ ਫਿਰ ਕੇ ਆ ਜਾਂਦੇ ਨੇ। ਕੋਈ ਮਰਜੀਵੜਾ ਹੁੰਦਾ ਜਿਹੜਾ ਵਿੱਚ ਜਾਂਦਾ ਹੈ ਸਮੁੰਦਰ ਦੇ ਗਹਿਰਾਈ ਦੇ ਵਿੱਚ, ਤੇ ਉਹ ਵਿੱਚੋਂ ਕੀਮਤੀ ਹੀਰੇ ਮੋਤੀ ਕੱਢ ਕੇ ਲਿਆਉਂਦਾ ਹੈ। ਜੈਸੇ ਤੋ ਸਕਲ ਨਿਧ, ਨਿਧ ਨਾਮ ਹੈ ਖਜ਼ਾਨੇ ਦਾ। ਬੜੀਆਂ ਕੀਮਤੀ ਦੌਲਤਾਂ ਸਮੁੰਦਰ ਦੇ ਵਿੱਚ ਛੁਪੀਆਂ ਹੋਈਆਂ ਨੇ ਗਹਿਰੇ ਤਲ ਤੇ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਦੂਸਰਾ ਪ੍ਰਮਾਣ, ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਈ। ਆਪਾਂ ਵੇਖਦੇ ਹਾਂ ਕਈ ਰਿਕਾਰਡ ਬਣਾਉਂਦੇ ਨੇ ਆਪਣਾ ਵੀ, ਜਿਹੜੇ ਮਾਊਂਟ ਐਵਰੈਸਟ ਦੀ ਚੋਟੀ 'ਤੇ ਚੜ੍ਹੇ, ਪਹਾੜਾਂ ਦੇ ਉੱਪਰ ਉਹਨਾਂ ਨੇ ਪਹਾੜਾਂ ਦੇ ਉੱਪਰ ਆਪਣਾ ਚੜ੍ਹਨ ਦਾ ਰਿਕਾਰਡ ਬਣਾਇਆ। ਬੜੀ ਦੁਨੀਆ ਜਾਂਦੀ ਹੈ, ਪਰ ਉਹਨਾਂ ਪਹਾੜਾਂ ਦੇ ਵਿੱਚ ਕੀਮਤੀ ਮਾਨਕ ਪਾਰਸ ਵੀ ਹੈ। ਬੜੇ ਕੀਮਤੀ ਜਵਾਹਰਾਤ ਛੁਪੇ ਹੋਏ ਨੇ ਪਹਾੜਾਂ ਦੇ ਵਿੱਚ, ਰਤਨ। ਪਰ ਬੜੀ ਦੁਨੀਆ ਸੈਰ ਕਰਨ ਜਾਂਦੀ ਹੈ, ਪਰ ਉਹਨਾਂ ਪਹਾੜਾਂ ਨੂੰ ਕੋਈ ਵਿਰਲਾ ਖੋਜ ਕੇ ਉੱਥੋਂ ਪਾਰਸ ਨੂੰ ਕੱਢਦਾ ਹੈ, ਹੋਰ ਕੀਮਤੀ ਰਤਨਾਂ ਨੂੰ ਕੱਢਦਾ ਹੈ। ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵੀ। ਤੀਸਰਾ ਪ੍ਰਮਾਣ, ਜੈਸੇ ਬਨ ਵਿਖੇ ਮਲਿਆਗਰ ਕਪੂਰ ਸੋਧਾ ਸੋਧ ਕੈ ਸੁਭਾਸੀ ਸੁਵਾਸ ਵੈਸਾਵਈ। ਜਿਵੇਂ ਜੰਗਲਾਂ ਦੇ ਵਿੱਚ ਮਲਿਆਗਰ ਚੰਦਨ ਜਿਹੜਾ ਹੈ ਅਤੇ ਕਪੂਰ ਆਦਿਕ ਇਹ ਛੁਪੇ ਹੋਏ ਨੇ। ਕੋਈ ਵਿਰਲਾ ਹੀ ਉਹ ਜੰਗਲਾਂ ਵਿੱਚ ਜਾ ਕੇ, ਜੋ ਜੰਗਲ ਵਿੱਚ ਖਤਰਾ ਬੜਾ ਹੈ, ਪਹਾੜਾਂ ਵਿੱਚ ਖਤਰਾ ਬੜਾ ਹੈ, ਸਮੁੰਦਰ ਵਿੱਚ ਖਤਰਾ ਬੜਾ ਹੈ। ਸਮੁੰਦਰ ਵਿੱਚ ਕੋਈ ਵਿੱਚ ਗਿਆ, ਗਹਿਰਾਈ ਵਿੱਚ ਵੱਡੀਆਂ ਵੱਡੀਆਂ ਮੱਛੀਆਂ ਨੇ। ਪਹਾੜਾਂ ਵਿੱਚ ਬੜਾ ਖਤਰਾ ਹੈ ਕਿ ਮਾੜਾ ਜਿਹਾ ਵੀ ਪੈਰ ਤਿਲਕ ਗਿਆ, ਪਤਾ ਨਹੀਂ ਕਿਹੜੀ ਡੂੰਘੀ ਖਾਈ ਵਿੱਚ ਜਾ ਕੇ ਡਿੱਗਣਾ, ਮੁੜ ਕੇ ਪਤਾ ਵੀ ਨਹੀਂ ਲੱਗਣਾ। ਜੰਗਲ ਦੇ ਵਿੱਚ ਬੜੇ ਜਾਨਵਰ ਨੇ, ਪਰ ਬਿਰਲੇ ਹੁੰਦੇ ਨੇ ਜਿਹੜੇ ਸਿਰ ਤਲੀ 'ਤੇ ਰੱਖ ਕੇ ਜਾਂਦੇ ਨੇ, ਖੋਜ ਕਰਦੇ ਨੇ। ਕਹਿੰਦੇ ਨਹੀਂ ਖੋਜ ਕਰਨੀ, ਕੁਝ ਵੀ ਹੋਵੇ ਉੱਥੋਂ ਉਹ ਕੀਮਤੀ ਵਸਤੂਆਂ ਲੱਭ ਕੇ ਲਿਆਉਂਦੇ। ਚੰਦਨ ਨੂੰ, ਕਪੂਰ ਨੂੰ ਲੱਭ ਕੇ ਲਿਆਉਂਦੇ ਨੇ, ਬੜਾ ਮਹਿੰਗਾ ਵਿਕਦਾ ਹੈ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵੀ। ਗੁਰਬਾਣੀ ਵਿੱਚ ਸਾਰੀਆਂ ਦੌਲਤਾਂ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਪਰ ਗੁਰਮੁਖੋ ਆਪਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਂਦੇ ਹਾਂ ਜਿਵੇਂ ਕੋਈ ਸਮੁੰਦਰ ਨੂੰ ਬਾਹਰੋਂ ਵੇਖ ਕੇ ਘੁੰਮ ਫਿਰ ਕੇ ਚਲਾ ਜਾਂਦਾ ਹੈ।
ਕਹਿੰਦਾ ਬੜਾ ਵੱਡਾ ਸਮੁੰਦਰ ਹੈ, ਬੜਾ ਪਾਣੀ ਸਮੁੰਦਰ ਦੇ ਵਿੱਚ। ਬਸ ਇਸੇ ਤਰ੍ਹਾਂ ਆਏ ਤੇ ਦੇਖਿਆ ਬੜਾ ਸੋਹਣਾ ਰੁਮਾਲਾ ਲੱਗਾ ਹੈ, ਬੜਾ ਸੋਹਣਾ ਚੰਦੋਆ ਲੱਗਾ ਹੈ, ਬੜਾ ਸੋਹਣਾ ਹਾਲ ਬਣਿਆ ਹੋਇਆ ਹੈ, ਸਾਰਾ ਹਾਲ ਏਸੀ ਹੈ, ਔਰ ਬੜਾ ਸੋਹਣਾ ਲੰਗਰ ਮਿਲਦਾ ਉੱਥੇ। ਬਸ ਇਹ ਚੀਜ਼ਾਂ ਆਪਾਂ ਵੇਖੀਆਂ, ਸ਼ਬਦ ਦੀ ਗਹਿਰਾਈ ਵਿੱਚ ਨਹੀਂ ਗਏ, ਬਸ ਇਹਨਾਂ ਚੀਜ਼ਾਂ ਵਿੱਚ ਹੀ ਚਲੇ ਗਏ। ਤੇ ਇਸੇ ਤਰ੍ਹਾਂ ਜਿਵੇਂ ਕੋਈ ਪਹਾੜਾਂ 'ਤੇ ਚਲਾ ਜਾਂਦਾ, ਉਹ ਕਹਿੰਦਾ ਵੀ ਪਹਾੜ ਦੀ ਉਚਾਈ 'ਤੇ ਚਲਾ ਗਿਆ, ਕਹਿੰਦਾ ਮੈਂ ਮਾਊਂਟ ਐਵਰੈਸਟ ਦੇ ਉੱਪਰ ਚਲਾ ਗਿਆ, ਸਭ ਤੋਂ ਛੋਟੀ ਉਮਰ ਦਾ, ਸਭ ਤੋਂ ਜਾਂ ਵੱਡੀ ਉਮਰ ਦਾ, ਜਾਂ ਕਿਸੇ ਵੀ ਤਰ੍ਹਾਂ ਦਾ ਵੀ ਇਹ ਬੰਦਾ ਉੱਥੇ ਪਹੁੰਚ ਗਿਆ ਜੀ। ਕਿਸੇ ਨੇ ਗਿਆਨ ਇਕੱਠਾ ਕਰ ਲਿਆ, ਉਹ ਕਹਿੰਦਾ ਮੈਂ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦਾ ਸਾਰਾ ਕੁਝ ਹੀ, ਕਿੰਨੇ ਰਾਗ ਨੇ, ਕੀ ਕੁਝ ਹੈ, ਜਾਣਕਾਰੀ ਮਾੜੀ ਨਹੀਂ ਹੈ, ਪਰ ਇੱਥੇ ਹੀ ਫਸ ਗਏ ਵੀ ਮੈਨੂੰ ਤੇ ਬੜਾ ਪਤਾ ਹੈ ਜੀ। ਤੀਸਰੇ ਉਹ ਲੋਕ ਜਿਹੜੇ ਬਾਹਰੋਂ ਜੰਗਲਾਂ ਨੂੰ ਵੇਖ ਕੇ ਵੀ ਆ ਜਾਂਦੇ ਨੇ, ਪਰ ਖੋਜ ਕਰਨ ਕੋਈ ਵਿਰਲਾ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਖੋਜ, ਭਾਵ ਗੁਰਬਾਣੀ ਦਾ ਅਭਿਆਸ, ਗੁਰਬਾਣੀ ਵਿੱਚ ਸੁਰਤ ਜੋੜਨੀ, ਇਹ ਬੜਾ ਔਖਾ ਕੰਮ ਹੈ। ਜਿਵੇਂ ਸਮੁੰਦਰ ਦੀ ਗਹਿਰਾਈ ਵਿੱਚ ਜਾਣਾ ਔਖਾ ਕੰਮ ਹੈ, ਜਿਵੇਂ ਪਹਾੜ ਦੀ ਉਚਾਈ 'ਤੇ ਚੜ੍ਹਨਾ ਵੀ ਔਖਾ ਕੰਮ, ਉਹਨੂੰ ਖੋਜਣਾ ਬੜਾ ਔਖਾ ਕੰਮ ਹੈ। ਉੱਤੇ ਵਿੱਚੋਂ ਕੀਮਤੀ ਰਤਨ ਜੰਗਲ ਵਿੱਚ ਜਾ ਕੇ ਖੋਜ ਕਰਨੀ ਬੜੀ ਵੱਡੀ ਗੱਲ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਖੋਜ ਕਰਨੀ ਇਹ ਵੀ ਬੜੀ ਔਖੀ ਗੱਲ ਹੈ। ਗੁਰਬਾਣੀ ਦੀ ਖੋਜ ਦਾ ਭਾਵ ਇਹ ਨਹੀਂ ਵੀ ਅਰਥ ਕਰ ਲੈਣੇ, ਗੁਰਬਾਣੀ ਦੀ ਖੋਜ ਦਾ ਭਾਵ ਹੈ ਉਹਨੂੰ ਵਿਚਾਰਨਾ ਔਰ ਉਹਦੇ 'ਤੇ ਪ੍ਰੈਕਟੀਕਲ ਕੰਮ ਕਰਨਾ, ਅਭਿਆਸ ਕਰਨਾ, ਪ੍ਰੈਕਟੀਕਲ ਜੋ ਮੇਰੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹੈ, ਅਭਿਆਸ ਕਰਕੇ ਉਸ ਚੀਜ਼ ਨੂੰ ਪ੍ਰਾਪਤ ਕਰਨਾ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਰੱਬ ਨੂੰ ਮਿਲਣਾ ਹੈ ਤਾਂ ਬਾਣੀ ਦੇ ਵਿੱਚ ਹੀ ਰੱਬ ਛੁਪਿਆ ਹੋਇਆ ਹੈ। ਪਰਮਾਤਮਾ ਸ਼ਬਦ ਦੇ ਵਿੱਚ ਹੀ ਛੁਪਿਆ ਹੋਇਆ ਹੈ, ਉਹਨੂੰ ਖੋਜਣਾ ਪਵੇਗਾ, ਅਭਿਆਸ ਕਰਨਾ ਪਵੇਗਾ। ਕੋਈ ਵੀ ਦੇਖੋ, ਹਰ ਇੱਕ ਚੀਜ਼ ਦੀ ਜਿਹੜੀ ਬਣਤਰ ਹੈ ਨਾ, ਵੈਸੇ ਉਹ ਸ਼ਬਦ ਵਿੱਚੋਂ ਹੀ ਪੈਦਾ ਹੈ, ਸਾਰਾ ਕੁਝ ਸ਼ਬਦ ਵਿੱਚੋਂ ਹੀ ਬਣਿਆ ਹੈ। ਸ਼ਬਦ ਨੂੰ ਆਪਾਂ ਖੋਜੀ ਜਾਈਏ ਤਾਂ ਉਹਦੇ ਵਿੱਚੋਂ ਜਿਸ ਤਰ੍ਹਾਂ ਦਾ ਵੀ ਸ਼ਬਦ ਹੈ ਉਹਦੇ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਹੈ। ਹੁਣ ਜਿਹੜੇ ਡਾਕਟਰ ਬਣਦੇ ਨੇ, ਆਪਰੇਸ਼ਨ ਕਰਦੇ ਨੇ ਸਰੀਰ ਦਾ, ਬਾਡੀ ਦਾ, ਕਈ ਤਰ੍ਹਾਂ ਦਾ ਆਪਰੇਸ਼ਨ ਹੈ, ਉਹ ਵੀ ਕਿੱਥੋਂ ਬਣੇ ਨੇ? ਅੱਖਰਾਂ ਵਿੱਚੋਂ ਹੀ ਬਣੇ ਨੇ। ਅੱਖਰਾਂ ਦੇ ਵਿੱਚ ਹੀ ਸਾਰਾ ਕੁਝ ਛੁਪਿਆ ਹੋਇਆ, ਵਿਦਿਆ ਦੇ ਵਿੱਚ ਹੀ ਸਾਰਾ ਕੁਝ ਛੁਪਿਆ ਹੋਇਆ ਹੈ। ਉਹਨਾਂ ਅੱਖਰਾਂ ਨੂੰ ਵਾਰ-ਵਾਰ ਪੜ੍ਹ ਕੇ ਉਹਦਾ ਅਭਿਆਸ ਕੀਤਾ, ਉਹਨੂੰ ਪ੍ਰੈਕਟੀਕਲ ਕੀਤਾ ਵੀ ਇਹਦੇ ਵਿੱਚ ਜੋ ਲਿਖਿਆ ਉਹਨੂੰ ਪ੍ਰੈਕਟੀਕਲ ਕਰੀਏ। ਉਹਦਾ ਜਦੋਂ ਜਿਵੇਂ ਵਾਰ-ਵਾਰ ਅਭਿਆਸ ਕੀਤਾ ਤੇ ਉਹਦੇ ਵਿੱਚੋਂ ਫਿਰ ਉਹ ਸਾਰਥਕ ਹੋ ਜਾਂਦੇ ਨੇ, ਸਫਲ ਹੋ ਜਾਂਦੇ ਨੇ। ਜਿਹੜਾ ਆਪਣਾ ਇਹ ਆਪਰੇਸ਼ਨ ਹੁੰਦੇ ਨੇ ਬਾਡੀ ਦੇ ਕਈ ਤਰ੍ਹਾਂ ਦੇ, ਇੱਕ ਦਿਨ ਵਿੱਚ ਹੀ ਨਹੀਂ ਇਹ ਖੋਜ ਹੋ ਗਈ, ਇਹ ਵੀ ਉਹਨਾਂ ਨੇ ਵਾਰ-ਵਾਰ ਕਿਤਾਬਾਂ ਨੂੰ ਪੜ੍ਹ ਕੇ ਖੋਜ ਕੀਤੀ ਹੈ। ਅੱਜ ਆਪਾਂ ਵੇਖੀਏ ਕਿ ਹਜ਼ਾਰਾਂ ਟਨ ਜਿਹੜਾ ਲੋਹਾ ਉੱਡਦਾ ਪਿਆ, ਜਹਾਜ਼ ਜਿਹੜੇ ਨੇ ਉਹ ਪਾਣੀ ਵਿੱਚ ਤਰਦੇ ਨੇ, ਉਹ ਕਿਵੇਂ? ਉਹ ਇੱਕ ਦਿਨ 'ਚ ਖੋਜ ਨਹੀਂ ਹੋ ਗਈ, ਉਹ ਵੀ ਵਾਰ-ਵਾਰ ਕਿਤਾਬਾਂ ਨੂੰ ਪੜ੍ਹ ਕੇ ਉਹਦਾ ਅਭਿਆਸ ਕਰਕੇ ਖੋਜ ਹੋਈ ਹੈ। ਜੋ ਕੁਝ ਵੀ ਹੈ, ਮੋਬਾਈਲ ਨੇ, ਗੱਡੀਆਂ ਨੇ, ਜੋ ਜਿੰਨੀ ਵੀ ਖੋਜ, ਕੰਪਿਊਟਰ ਹੈ, ਕਿੰਨੇ ਤਰ੍ਹਾਂ ਦੀ ਖੋਜ, ਇਹ ਸਾਰਾ ਕਿੱਥੋਂ ਪੈਦਾ ਹੋਇਆ? ਅੱਖਰਾਂ ਦੇ ਵਿੱਚੋਂ ਹੀ ਪੈਦਾ ਹੋਇਆ। ਅੱਖਰਾਂ ਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ, ਅਜੇ ਹੋਰ ਵੀ ਬੜਾ ਕੁਝ ਛੁਪਿਆ ਹੋਇਆ ਹੈ, ਮੁਕੰਮਲ ਤਾਂ ਇਹਦੀ ਖੋਜ ਹੋ ਹੀ ਨਹੀਂ ਸਕਦੀ। ਇਸੇ ਤਰ੍ਹਾਂ ਬਾਣੀ ਦੇ ਵਿੱਚ ਹੀ ਰੱਬ ਛੁਪਿਆ ਹੋਇਆ ਹੈ। ਬਾਣੀ ਦੇ ਵਿੱਚ ਸਾਰੇ ਰੂਹਾਨੀਅਤ ਦੇ ਖਜ਼ਾਨੇ ਛੁਪੇ ਹੋਏ ਨੇ, ਪਰ ਉਹ ਪ੍ਰਾਪਤ ਕਦੋਂ ਹੋਣਗੇ? ਜਦੋਂ ਆਪਾਂ ਅਭਿਆਸ ਕਰਾਂਗੇ, ਕਰਮ ਕਾਂਡ ਨਹੀਂ, ਅਭਿਆਸ ਕਰਾਂਗੇ, ਉਹਦੀ ਖੋਜ ਕਰਾਂਗੇ। ਤੇ ਤੁਸੀਂ ਕਦੇ ਵੀ ਦੇਖਣਾ, ਜਦੋਂ ਅਭਿਆਸ ਕੀਤਾ ਜਾਂਦਾ ਹੈ ਨਾ, ਕੋਈ ਡਾਕਟਰ ਜਾਂ ਸਾਇੰਸਦਾਨ ਅਭਿਆਸ ਕਰਦੇ ਨੇ, ਉਹ ਆਮ ਬਾਹਰ ਨਹੀਂ ਕਰਦੇ, ਉਹ ਅਭਿਆਸ ਕਰਨ ਦੀ ਇੱਕ ਜਗ੍ਹਾ ਬਣਾਈ ਹੁੰਦੀ ਹੈ। ਉੱਥੇ ਉਹਨਾਂ ਨੇ ਆਪਣੇ ਸਾਰੇ ਉਪਕਰਨ ਰੱਖੇ ਹੁੰਦੇ ਨੇ, ਉੱਥੇ ਹੀ ਉਹ ਅਭਿਆਸ ਕਰਦੇ ਨੇ, ਆਮ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਸਿਮਰਨ ਕਰਨਾ, ਉਹਦੀ ਇੱਕ ਜਗ੍ਹਾ ਆਪਣੀ ਬਣਾ ਕੇ ਉੱਥੇ ਬੈਠ ਕੇ ਆਪਣਾ ਅਭਿਆਸ ਲਗਾਤਾਰ ਕੀਤਾ ਜਾਵੇ, ਫਿਰ ਸਾਨੂੰ ਕੁਝ ਪ੍ਰਾਪਤੀ ਹੋਵੇਗੀ।
ਸਾਇੰਸਦਾਨ ਅਭਿਆਸ ਕਰਦੇ ਨੇ, ਉਹ ਸੜਕ 'ਤੇ ਨਹੀਂ ਕਰਨ ਲੱਗ ਜਾਂਦੇ, ਹਰ ਇੱਕ ਥਾਂ 'ਤੇ ਨਹੀਂ। ਕੋਈ ਵੀ ਖੋਜ ਹੁੰਦੀ ਹੈ ਉਹਦਾ ਇੱਕ ਉਹਨਾਂ ਨੇ ਜਗ੍ਹਾ ਬਣਾਈ ਹੁੰਦੀ ਹੈ। ਆਪਾਂ ਦੇਖਦੇ ਹਾਂ ਜੋ ਕੁਝ ਵੀ ਬਣਦਾ ਹੈ ਨਾ, ਉਹਨਾਂ ਦੀਆਂ ਜਗ੍ਹਾ ਬਣੀਆਂ ਨੇ, ਗੱਡੀਆਂ ਬਣਦੀਆਂ ਨੇ, ਉਹਨਾਂ ਦੀਆਂ ਵੀ ਫੈਕਟਰੀਆਂ ਲੱਗੀਆਂ ਹੋਈਆਂ ਨੇ। ਕੋਈ ਵੀ ਚੀਜ਼ ਬਣਦੀ ਹੈ ਉਹਦੀ ਇੱਕ ਫੈਕਟਰੀ, ਇੱਕ ਜਗ੍ਹਾ ਨਿਸ਼ਚਿਤ ਕੀਤੀ ਹੁੰਦੀ ਹੈ। ਉੱਥੇ ਫਿਰ ਉਹਦੀ ਮਰਿਆਦਾ ਹੈ, ਉਹਦੇ ਮੁਤਾਬਕ ਉੱਥੇ ਸਾਰਾ ਕੰਮ ਹੁੰਦਾ ਹੈ, ਫਿਰ ਜਾ ਕੇ ਉਹ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ, ਕੋਈ ਵੀ ਚੀਜ਼ ਹੈ। ਇਸੇ ਤਰ੍ਹਾਂ ਗੁਰਮੁਖੋ ਸਾਨੂੰ ਵੀ ਅਭਿਆਸ ਕਰਨਾ ਪਵੇਗਾ ਲਗਾਤਾਰ ਬਾਣੀ ਦਾ, ਨਾਮ ਦਾ, ਫਿਰ ਕੁਝ ਪ੍ਰਾਪਤੀ ਹੋਵੇਗੀ। ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਪੜ੍ਹੀ ਜਾਂਦੀ ਦੁਨੀਆ, ਪੜ੍ਹੀ ਜਾਓ। ਕਿਤਾਬਾਂ ਨੂੰ ਪੜ੍ਹ ਕੇ ਸਾਰੇ ਸਾਇੰਸਦਾਨ ਨਹੀਂ ਬਣਦੇ, ਕਿਤਾਬਾਂ ਨੂੰ ਪੜ੍ਹ ਕੇ ਸਾਰੇ ਡਾਕਟਰ ਵੀ ਨਹੀਂ ਬਣਦੇ। ਕਿਤਾਬਾਂ ਉਹੀ ਨੇ। ਇੱਕ ਇੱਕ ਸਕੂਲ ਵਿੱਚ ਇੱਕੋ ਕਿਤਾਬ ਨੂੰ ਪੜ੍ਹਨ ਵਾਲੇ ਸੈਂਕੜੇ ਬੱਚੇ ਹੁੰਦੇ ਨੇ, ਕਿਤਾਬਾਂ ਉਹੀ ਨੇ, ਪਰ ਉਹਨਾਂ ਸਾਰਿਆਂ ਵਿੱਚੋਂ ਹੀ ਡਾਕਟਰ ਨਹੀਂ ਬਣ ਜਾਂਦੇ। ਕੋਈ ਵਿਰਲੇ ਹੁੰਦੇ ਨੇ ਜਿਹੜੇ ਅੰਦਰੋਂ ਉਸ ਪੜ੍ਹਾਈ ਨੂੰ ਖੋਜਦੇ ਨੇ, ਉਹ ਫਿਰ ਕੁਝ ਪ੍ਰਾਪਤੀ ਕਰਦੇ ਨੇ। ਇਸੇ ਤਰ੍ਹਾਂ ਗੁਰਦੁਆਰੇ, ਮੰਦਰ, ਮਸਜਿਦ, ਧਾਰਮਿਕ ਸਥਾਨ, ਪਤਾ ਨਹੀਂ ਕਿੰਨੀ ਕੁ ਦੁਨੀਆ ਆਉਂਦੀ ਰੋਜ਼, ਪਰ ਸਾਰੇ ਬ੍ਰਹਮ ਗਿਆਨੀ ਨਹੀਂ ਬਣ ਜਾਂਦੇ, ਕਿਉਂਕਿ ਅੰਦਰੋਂ ਨਹੀਂ ਖੋਜਦੇ। ਕਿੰਨੇ ਪਤਾ ਨਹੀਂ ਬੱਚੇ, ਇੱਕ ਕਲਾਸ ਦੇ ਵਿੱਚ ਕਿੰਨੇ ਕਿੰਨੇ ਬੱਚੇ ਹੁੰਦੇ ਨੇ, ਅਤੇ ਇੱਕੋ ਹੀ ਉਹਨਾਂ ਦਾ ਚੈਪਟਰ ਹੁੰਦਾ, ਇੱਕੋ ਸਿਲੇਬਸ ਹੁੰਦਾ ਪੜ੍ਹਨ ਵਾਲੇ, ਪਰ ਸਾਰੇ ਨਹੀਂ ਬਣੇ। ਕਾਰਨ ਉਸ ਥਾਂ 'ਤੇ ਆਪਣੇ ਦਿਮਾਗ ਨੂੰ ਨਹੀਂ ਲਾਇਆ, ਉਸ ਥਾਂ 'ਤੇ ਸੁਰਤ ਨੂੰ ਨਹੀਂ ਲਾਇਆ। ਤੋਂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫੁਰਮਾਨ ਕਰ ਰਹੇ ਨੇ, ਗੁਰਮੁਖ ਬਾਣੀ ਦੇ ਵਿੱਚੋਂ ਰੱਬ ਨੂੰ ਲੱਭ ਲੈਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫੁਰਮਾਨ ਕਰ ਰਹੇ ਨੇ, ਸ਼ਲੋਕ ਮਹੱਲਾ ਤੀਜਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਇ। ਵਾਹੋ ਵਾਹੋ, ਪਰਮਾਤਮਾ ਦੀ ਇਹ ਵਿਸਮਾਦੀ ਬਾਣੀ ਨਿਰੰਕਾਰ ਦਾ ਹੀ ਸਰੂਪ ਹੈ। ਬਾਣੀ ਵਰਗਾ ਹੋਰ ਕੋਈ ਵੀ ਨਹੀਂ ਹੈ, ਬਾਣੀ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ। ਵਾਹੋ ਵਾਹੋ ਅਗਮ ਅਥਾਓ ਹੈ, ਵਾਹੋ ਵਾਹੋ ਸੱਚਾ ਸੋਏ। ਵਾਹੋ ਪਰਮਾਤਮਾ ਜੋ ਅਚਰਜ ਹੈ, ਵਿਸਮਾਦੀ ਹੈ, ਅਗਮ ਹੈ, ਜਿੱਥੇ ਸਾਡੇ ਮਨ ਦੀ ਗਮਤਾ ਨਹੀਂ ਪਹੁੰਚਦੀ। ਅਥਾਓ, ਜਿੱਥੇ ਸਾਡੇ ਸਰੀਰਕ ਇੰਦਰੀਆਂ ਦੀ ਵੀ ਪਹੁੰਚ ਨਹੀਂ ਹੈ। ਉਹ ਵਾਹੋ ਵਾਹੋ ਸਮਾਧੀ ਪਰਮਾਤਮਾ ਸੱਚਾ ਹੈ, ਸਦੀ ਵੀ ਕਾਲ ਹੈ। ਵਾਹੋ ਵਾਹੋ ਬੇਪਰਵਾਹ ਹੈ, ਵਾਹੋ ਵਾਹੋ ਕਰੋ ਸੋ ਹੋਏ। ਵਾਹਿਗੁਰੂ ਪਰਮਾਤਮਾ ਬੇਪਰਵਾਹ ਹੈ, ਜੋ ਵਿਸਮਾਦੀ ਹੈ, ਨਿਰੰਕਾਰ, ਔਰ ਜੋ ਕਰਦਾ ਹੈ ਉਹੀ ਕੁਝ ਹੁੰਦਾ ਹੈ। ਭਾਵ ਉਹ ਜੋ ਕਰਨਾ ਚਾਹੇ ਉਹੀ ਹੁੰਦਾ ਹੈ, ਉਹਦੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਵਾਹੋ ਵਾਹੋ ਕਰੇ ਸੋ ਹੋਏ। ਗੁਰਮੁਖਾਂ ਨੂੰ ਇਹ ਭੇਦ ਮਿਲ ਗਿਆ ਕਿ ਸਾਰੇ ਬ੍ਰਹਿਮੰਡ ਨੂੰ ਵਾਹਿਗੁਰੂ ਚਲਾ ਰਿਹਾ ਹੈ, ਮੇਰਾ ਕੀਤਾ ਹੋਇਆ ਕੁਝ ਵੀ ਨਹੀਂ ਹੋ ਸਕਦਾ। ਇਸ ਕਰਕੇ ਉਹ ਵਾਹਿਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ। ਵਾਹੋ ਵਾਹੋ ਅੰਮ੍ਰਿਤ ਨਾਮ ਹੈ, ਗੁਰਮੁਖ ਭਾਵੈ ਕੋਇ। ਵਾਹਿਗੁਰੂ ਦਾ ਅੰਮ੍ਰਿਤ ਨਾਮ ਵੀ ਵਿਸਮਾਦੀ ਹੈ। ਵਾਹੋ ਦਾ ਭਾਵ ਹੈ ਵਿਸਮਾਦ ਵਿੱਚ ਲੈ ਜਾਣ ਵਾਲਾ, ਹੈਰਾਨ ਕਰ ਦੇਣ ਵਾਲਾ। ਪਾਤਸ਼ਾਹ ਕਹਿੰਦੇ ਕਈ ਗੁਰਮੁਖ ਹੀ ਪਾ ਸਕਦਾ, ਇਹਨੂੰ ਹਰ ਇੱਕ ਨਹੀਂ ਪਾ ਸਕਦਾ ਨਾਮ ਨੂੰ। ਜਿਵੇਂ ਬੇਨਤੀ ਕੀਤੀ ਹੈ ਕਿ ਹਰ ਕੋਈ ਸਾਇੰਸਦਾਨ ਨਹੀਂ ਬਣਦਾ, ਹਰ ਕੋਈ ਡਾਕਟਰ ਵੀ ਨਹੀਂ ਬਣ ਜਾਂਦਾ, ਸਪੈਸ਼ਲਿਸਟ। ਕੋਈ ਵਿਰਲੇ ਨੇ ਜਿਨ੍ਹਾਂ ਨੂੰ ਇਹ ਦਾਤ ਮਿਲਦੀ। ਇਸੇ ਤਰ੍ਹਾਂ ਨਾਮ ਵੀ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਓਨੀ ਸਾਵਧਾਨੀ, ਓਨੀ ਸਮਝ ਨਹੀਂ ਹੁੰਦੀ। ਵਰਨਾ ਪਰਮਾਤਮਾ ਵੱਲੋਂ ਕੋਈ ਫਰਕ ਨਹੀਂ ਹੈ। ਜਿਵੇਂ ਟੀਚਰਾਂ ਵੱਲੋਂ ਕੋਈ ਫਰਕ ਨਹੀਂ ਹੁੰਦਾ, ਉਹ ਤਾਂ ਕਹਿੰਦੇ ਸਾਰੇ ਬੱਚਿਆਂ ਨੂੰ ਬਰਾਬਰ ਪੜ੍ਹਾਉਂਦੇ ਨੇ। ਹੁਣ ਜਿਹੜਾ ਬੱਚਾ ਆਪ ਹੀ ਨਹੀਂ ਮਿਹਨਤ ਕਰਨੀ ਚਾਹੁੰਦਾ, ਫਿਰ ਉਹਦੇ ਵਿੱਚ ਟੀਚਰ ਦਾ ਕੀ ਕਸੂਰ ਹੈ? ਪਰ ਟੀਚਰ ਤਾਂ ਬਰਾਬਰ ਪੜ੍ਹਾ ਰਹੇ ਨੇ। ਹੁਣ ਆਪਾਂ ਦੂਰ ਦੀ ਗੱਲ ਛੱਡੀਏ, ਜਿਵੇਂ ਆਪਾਂ ਹੁਣ ਇੱਥੇ ਕਥਾ ਕਰ ਰਹੇ ਹਾਂ, ਗੁਰਬਾਣੀ ਦਾ ਉਪਦੇਸ਼ ਸਾਰਿਆਂ ਨੂੰ, ਆਪਾਂ ਨੂੰ ਜਿਹੜਾ ਅਭਿਆਸ ਕਰੇਗਾ ਉਹਦੇ 'ਤੇ ਕਿਰਪਾ ਹੋ ਜਾਏਗੀ, ਅਤੇ ਜਿਹੜਾ ਨਾ ਕਰੇਗਾ ਸੁਣ ਕੇ ਵੀ ਚਲੋ ਠੀਕ ਹੈ ਟਾਈਮ ਪਾਸ ਕਰਨਾ ਬਸ, ਉਹ ਫਿਰ ਕੁਝ ਵੀ ਪ੍ਰਾਪਤੀ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹੋ ਵਾਹੋ ਕਰਮੀ ਪਾਈਐ, ਅਨ ਦਿਨ ਨਾਮ ਲਏ।
ਆਪ ਦਇਆ ਕਰ ਦੇ, ਵਾਹੋ ਵਾਹੋ ਕਰਮੀ ਪਾਈਐ। ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹਦੀ ਬਖਸ਼ਿਸ਼ ਨਾਲ ਹੀ ਉਹਦੀ ਪ੍ਰਾਪਤੀ ਹੈ। ਤੇ ਉਹ ਵਾਹਿਗੁਰੂ ਆਪ ਦਇਆ ਕਰਕੇ ਦਿੰਦਾ। ਜਦੋਂ ਕੋਈ ਉਹਦੇ ਮਾਰਗ ਤੇ ਚੱਲਦਾ ਹੈ, ਸ਼ੁਭ ਕਰਮ ਕਰਦਾ ਹੈ, ਤਾਂ ਉਹ ਵਾਹਿਗੁਰੂ ਪਰਮਾਤਮਾ ਆਪ ਬਖਸ਼ਿਸ਼ ਕਰਕੇ ਦੇ ਦਿੰਦਾ ਹੈ, ਆਪ ਉਹ ਰਹਿਮਤ ਕਰ ਦਿੰਦਾ ਹੈ। ਨਾਨਕ ਵਾਹ ਵਾਹ ਗੁਰਮੁਖ ਪਾਈਏ, ਅਨੁਦਿਨ ਨਾਮ ਲਏ। ਗੁਰਮੁਖ ਉਸ ਵਿਸਮਾਦੀ ਪਰਮਾਤਮਾ ਨੂੰ ਪਾ ਲੈਂਦੇ ਨੇ ਗੁਰੂ ਦੁਆਰਾ, ਗੁਰੂ ਦੀ ਜੁਗਤ ਦੁਆਰਾ। ਤੇ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਦੀ ਰੋਹ ਰੀਤੀ ਕੀ ਹੈ? ਉਹ ਹਰ ਰੋਜ਼ ਨਾਮ ਜਪਦੇ ਨੇ, ਹਰ ਰੋਜ਼ ਹੀ ਸਿਮਰਨ ਦੇ ਵਿੱਚ ਜੁੜਦੇ ਹਨ। ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸਾਤ ਨਾ ਆਵਈ, ਦੂਜੀ ਨਾਹੀ ਜਾਏ। ਮਹਾਰਾਜ ਨਾਮ ਜਪਣਾ ਜ਼ਰੂਰੀ ਕਿਉਂ ਹੈ? ਬਾਣੀ ਪੜ੍ਹਨੀ ਜ਼ਰੂਰੀ ਕਿਉਂ ਹੈ? ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਤੱਕ ਤੂੰ ਗੁਰੂ ਦੀ ਮੱਤ ਲੈ ਕੇ ਨਾਮ ਨਹੀਂ ਜਪਦਾ, ਤੈਨੂੰ ਸ਼ਾਂਤੀ ਨਹੀਂ ਆਵੇਗੀ। ਜਿਵੇਂ ਕੋਈ ਆਪਾਂ ਨੂੰ ਕਹੇ ਵੀ ਰੋਟੀ ਖਾਣੀ ਕਿਉਂ ਜ਼ਰੂਰੀ ਹੈ, ਇਹ ਸਵਾਲ ਕੋਈ ਕਰ ਸਕਦਾ ਵੀ ਰੋਟੀ ਰੋਜ਼ ਹੀ ਖਾਣੀ ਕਿਉਂ ਜ਼ਰੂਰੀ ਹੈ, ਰੋਜ਼ ਹੀ ਪਾਣੀ ਪੀਣਾ ਕਿਉਂ ਜ਼ਰੂਰੀ ਹੈ? ਸਾਡੇ ਸਰੀਰਕ ਜੀਵਨ ਦਾ ਜੇ ਆਪਾਂ ਸੁੱਖ ਲੈਣਾ ਤੇ ਰੋਜ਼ ਰੋਟੀ ਅੰਨ ਪਾਣੀ ਛਕਣਾ ਪਵੇਗਾ, ਰੋਜ਼। ਇਸੇ ਤਰ੍ਹਾਂ ਗੁਰਮੁਖੋ ਜੇ ਆਪਾਂ ਰੋਟੀ ਨਾ ਖਾਧੀ ਹੋਵੇ ਤੇ ਮਨ ਨੂੰ ਸ਼ਾਂਤੀ ਜੀ ਨਹੀਂ ਆਉਂਦੀ, ਸਰੀਰ ਨੂੰ ਸ਼ਾਂਤੀ ਨਹੀਂ ਆਉਂਦੀ। ਜਲ ਪਾਣੀ ਨਾ ਛਕੀਏ ਤੇ ਟਿਕਾ ਜਿਹਾ ਨਹੀਂ ਆਉਂਦਾ। ਬਲਕਿ ਸਤਿਗੁਰੂ ਪਾਤਸ਼ਾਹ ਜੀ ਤਾਂ ਫਰਮਾਨ ਕਰਦੇ ਨੇ ਵੀ ਸਵੇਰੇ ਉੱਠਦਿਆਂ ਹੀ ਇਹ ਜਿਹੜੀਆਂ ਨੇ ਭੁੱਖ ਤਿੱਖ ਇਹ ਵਿਆਪਣ ਲੱਗ ਜਾਂਦੀਆਂ ਨੇ, ਤੇ ਬੰਦਾ ਆਹਰ ਕਰਨ ਲੱਗ ਜਾਂਦਾ ਵੀ ਕੁਝ ਛਕ ਲਈਏ। ਸਵੇਰੇ ਉੱਠਦਿਆਂ ਕਹਿੰਦਾ ਵੀ ਹੁਣ ਥੋੜ੍ਹੀ ਜਿਹੀ ਭੁੱਖ ਟਹਿਕ ਆਈ, ਕੋਈ ਚੱਲ ਪਾਣੀ ਛਕ ਲਈਏ। ਇਸੇ ਤਰ੍ਹਾਂ ਜੇ ਆਪਾਂ ਨਾ ਛਕਾਂਗੇ ਤੇ ਸਾਡਾ ਮਨ ਬੋਝਲ ਜਿਹਾ ਹੋ ਜਾਏਗਾ, ਦਿਮਾਗ ਵੀ ਕੰਮ ਨਹੀਂ ਕਰੇਗਾ। ਵੀ ਪੁੱਛਿਆ ਜਾਵੇ ਕਿਉਂ, ਕਹਿੰਦਾ ਅੱਜ ਮੈਂ ਕੁਝ ਖਾਧਾ ਪੀਤਾ ਨਹੀਂ, ਅੱਜ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ। ਤਾਂ ਇਸੇ ਤਰ੍ਹਾਂ ਜਿਹੜਾ ਸਰੀਰਕ ਜੀਵਨ ਵਿੱਚ ਵਾਸਤੇ ਭੋਜਨ ਜ਼ਰੂਰੀ ਹੈ, ਤੇ ਇਸੇ ਤਰ੍ਹਾਂ ਆਤਮਿਕ ਜੀਵਨ ਵਾਸਤੇ ਭਜਨ ਜ਼ਰੂਰੀ ਹੈ, ਬੰਦਗੀ ਜ਼ਰੂਰੀ ਹੈ। ਬਿਨ ਸਤਿਗੁਰ ਸੇਵੇ ਸਾਧਨਾ ਆਵੀ, ਦੂਜੀ ਨਾਹੀ ਜਾਏ। ਦੂਜੀ ਕੋਈ ਹੋਰ ਜਗ੍ਹਾ ਹੈ ਹੀ ਨਹੀਂ, ਬੰਦਗੀ ਤੋਂ ਬਿਨਾਂ ਸ਼ਾਂਤੀ ਹੈ ਹੀ ਨਹੀਂ, ਰੋਟੀ ਪਾਣੀ ਤੋਂ ਬਿਨਾਂ ਸਰੀਰ ਦਾ ਉਧਾਰ ਹੈ ਹੀ ਨਹੀਂ। ਕੋਈ ਮਨੁੱਖ ਹੋਰ ਚੀਜ਼ਾਂ ਖਿਆਵੇ ਪਰ ਰੋਟੀ ਨਾ ਖਾਵੇ ਤੇ ਸਰੀਰ ਨੂੰ ਟਿਕਾ ਜਿਹਾ ਨਹੀਂ ਆਉਂਦਾ। ਤੁਸੀਂ ਬਦਾਮ ਖਾ ਲਓ, ਕਾਜੂ ਖਾ ਲਓ, ਹੋਰ ਚੀਜ਼ਾਂ ਖਾ ਲਓ, ਪਰ ਜੇ ਰੋਟੀ ਨਹੀਂ ਨਾ ਖਾਧੀ ਤੇ ਟਿਕਾ ਜਿਹਾ ਨਹੀਂ ਆਉਂਦਾ। ਬੰਦਾ ਰੋਟੀ ਖਾ ਲਵੇ ਨਾ ਇੱਕ ਵੀ ਤੇ ਕਹਿੰਦਾ ਚਲੋ ਹੁਣ ਤ੍ਰਿਪਤੀ ਹੋ ਗਈ ਹੈ, ਸ਼ਾਂਤੀ ਆ ਗਈ ਹੈ। ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਬਾਦਸ਼ਾਹ ਹੋਵੇ ਭਾਵੇਂ ਭਿਖਾਰੀ ਹੋਵੇ, ਰੋਟੀ ਤਾਂ ਹਰ ਇੱਕ ਨੂੰ ਚਾਹੀਦੀ ਹੈ। ਬਦਾਮ ਕਾਜੂ ਤਾਂ ਵੱਡੇ ਬਾਦਸ਼ਾਹ ਬੰਦੇ ਲੋਕ, ਅਮੀਰ ਲੋਕ ਖਾ ਸਕਦੇ ਨੇ, ਗਰੀਬ ਨਹੀਂ ਖਾ ਸਕਦਾ, ਉਹਦੇ ਕੋਲ ਇੰਨਾ ਪੈਸਾ ਨਹੀਂ ਹੈ। ਪਰ ਇੱਕ ਰੋਟੀ ਐਸੀ ਜ਼ਰੂਰੀ ਚੀਜ਼ ਬਣਾਤੀ, ਉਹ ਗਰੀਬ ਨੂੰ ਵੀ ਚਾਹੀਦੀ ਹੈ ਔਰ ਅਮੀਰ ਨੂੰ ਵੀ ਚਾਹੀਦੀ। ਪਾਣੀ ਤਾਂ ਹਰ ਇੱਕ ਨੂੰ ਚਾਹੀਦਾ ਹੈ। ਤਾਂ ਇਸੇ ਤਰ੍ਹਾਂ ਗੁਰਮੁਖੋ ਨਾਮ ਤੋਂ ਬਿਨਾਂ ਸਾਨੂੰ ਟਿਕਾ ਨਹੀਂ ਹੈ। ਜੇ ਬੋ ਤੇਰਾ ਲੋਚੀਐ, ਬਿਨ ਕਰਮੈ ਨਾ ਪਾਇਆ ਜਾਏ। ਮਨੁੱਖ ਲੋਚਾ ਬੜੀ ਕਰੇ, ਤਾਂਗ ਬੜੀ ਕਰੇ, ਪਰ ਕਰਮ ਨਾ ਕਰੇ। ਆਪਾਂ ਹੁਣ ਪੜ੍ਹੀ ਜਾਈਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਇੱਛਾ ਕੀਤੀ ਕੋਈ ਮਾੜੀ ਗੱਲ ਨਹੀਂ, ਚੰਗੀ ਇੱਛਾ ਕਰਨੀ ਚਾਹੀਦੀ ਹੈ, ਪਰ ਉਪਰਾਲਾ ਕੋਈ ਕਰ ਹੀ ਨਹੀਂ ਰਹੇ। ਤਾਂਗ ਤਾਂ ਹੈ ਪਰ ਉਪਰਾਲਾ ਕੋਈ ਨਹੀਂ, ਇਕੱਲੀ ਤਾਂਗ ਕੰਮ ਨਹੀਂ ਕਰੇਗੀ। ਜਿੱਥੇ ਤੇਰੇ ਮਨ ਅੰਦਰ ਇੱਛਾ ਹੈ ਉੱਥੇ ਨਾਲ ਤੈਨੂੰ ਯਤਨ ਵੀ ਕਰਨਾ ਚਾਹੀਦਾ ਹੈ। ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ। ਤੇ ਮਹਾਰਾਜ ਕਹਿੰਦੇ ਜਦੋਂ ਤੱਕ ਉਦਮ ਨਹੀਂ ਕਰਦਾ ਨਹੀਂ ਪ੍ਰਾਪਤੀ ਹੋਵੇਗੀ। ਜਿਨ੍ਹਾਂ ਅੰਤਰ ਲੋਭ ਵਿਕਾਰ ਹੈ, ਦੂਜੇ ਭਾਏ ਖੁਆਏ। ਜਿਨ੍ਹਾਂ ਦੇ ਅੰਦਰ ਲੋਭ ਵਿਕਾਰ ਹੈ ਉਹ ਦੂਜੇ ਭਾਵ ਵਿੱਚ ਲੱਗ ਕੇ ਖੁਆਰ ਹੁੰਦੇ ਨੇ। ਮਨੁੱਖ ਜੀਵਦਿਆਂ ਵੀ ਖੁਆਰ ਹੁੰਦਾ ਹੈ ਤੇ ਜਦੋਂ ਇਸ ਸੰਸਾਰ ਤੋਂ ਜਾਣ ਲੱਗਦਾ ਉਦੋਂ ਵੀ ਬੜਾ ਪਛਤਾਉਂਦਾ ਹੈ, ਕਿਉਂਕਿ ਅਸਲ ਵਿੱਚ ਉਦੋਂ ਇਹਨੂੰ ਆਪਣੇ ਜੀਵਨ ਦੀ ਸਮਝ ਆਉਂਦੀ ਹੈ ਵੀ ਸਰੀਰਕ ਜੀਵਨ ਸਦਾ ਨਹੀਂ ਸੀ। ਸਰੀਰ ਤੇ ਮੈਨੂੰ ਵਕਤੀ ਤੌਰ 'ਤੇ ਮਿਲਿਆ ਸੀ, ਪਰ ਉਸ ਸਮੇਂ ਫਿਰ ਪਛਤਾਉਂਦਾ ਹੈ। ਫਿਰ ਹੁਣ ਕੁਝ ਹੋ ਨਹੀਂ ਸਕਦਾ, ਕਿਉਂਕਿ ਹੁਣ ਸਰੀਰ ਦੀ ਅਵਧੀ ਖਤਮ ਹੋ ਗਈ ਹੈ। ਜਿਵੇਂ
ਤਾਂ ਆਪਣੇ ਜੀਵਨ ਦਾ ਤਜਰਬਾ ਹੈ। ਆਪਾਂ ਜਿਸ ਸਮੇਂ ਆਪਣੇ ਮਾਂ ਪਿਓ ਆਪਾਂ ਨੂੰ ਕਹਿੰਦੇ ਸੀ ਨਾ ਛੋਟੇ ਹੁੰਦੇ ਸੀ ਵੀ ਪੜ੍ਹ ਲਓ, 4 ਅੱਖਰ ਪੜ੍ਹ ਲਓ ਕੰਮ ਆਉਣਗੇ। ਜਿਨ੍ਹਾਂ ਨੇ ਤੇ ਪੜ੍ਹ ਲਿਆ ਉਹ ਤਾਂ ਸਫਲ ਹੋ ਗਏ, ਜਿਹੜੇ ਨਹੀਂ ਪੜ੍ਹੇ ਉਹ ਹੁਣ ਆਪਣੇ ਮੂੰਹ ਤੋਂ ਕਹਿੰਦੇ ਨੇ ਵੀ ਅਸੀਂ ਉਸ ਸਮੇਂ ਪੜ੍ਹਾਈ ਨਹੀਂ ਕੀਤੀ, ਹੁਣ ਪਛਤਾਨੇ ਹਾਂ। ਉਸ ਸਮੇਂ ਕੋਈ ਕੰਮ ਨਹੀਂ ਸਿੱਖਿਆ, ਹੁਣ ਪਛਤਾਨੇ ਹਾਂ। ਕਿਉਂਕਿ ਮਾਂ ਪਿਓ ਤਾਂ ਕਹਿੰਦੇ ਰਹੇ ਵੀ ਤੂੰ ਕੋਈ ਕੰਮ ਸਿੱਖ ਲੈ, ਕੋਈ ਪੜ੍ਹਾਈ ਕਰ ਲੈ, ਤੇਰੇ ਕੰਮ ਆਵੇਗੀ। ਉਹ ਸਮਾਂ ਸੀ ਸਿੱਖਣ ਦਾ। ਹੁਣ ਜੇ ਕੋਈ ਆਪਾਂ ਨੂੰ ਕਹੇ ਵੀ ਤੁਸੀਂ ਸਿੱਖੋ, ਆਪਾਂ ਕਿੱਥੇ ਸਿੱਖ ਲਵਾਂਗੇ? ਬਜ਼ੁਰਗ ਬੰਦਾ ਕਿੱਥੇ ਪੜ੍ਹਾਈ ਕਰ ਲਏਗਾ ਸਕੂਲ ਵਿੱਚ ਜਾ ਕੇ? ਬਜ਼ੁਰਗ ਬੰਦਾ ਕਿਹੜੀ ਕਲਾ ਸਿੱਖੇਗਾ ਹੁਣ ਜਾ ਕੇ? ਕੋਈ ਵੀ ਕਲਾ ਸਿੱਖਣੀ ਉਹਦਾ ਵੀ ਸਮਾਂ ਉਮਰ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨਾਮ ਜਪਣ ਦੀ ਵੀ ਉਮਰ ਹੈ ਸਹੀ। ਵੈਸੇ ਤਾਂ ਗੁਰਮਤਿ ਵਿੱਚ ਮਹਾਰਾਜ ਕਹਿੰਦੇ ਸਾਰਾ ਉਮਰ ਸਮਾਂ ਨਾਮ ਜਪਣ ਵਾਸਤੇ ਹੈ। ਪਰ ਜੇ ਕੋਈ ਖਾਸ ਕਰਕੇ ਪੁੱਛੇ ਵੀ ਮਹਾਰਾਜ ਨਹੀਂ ਦੱਸੋ ਵੀ ਕਿਹੜੀ ਉਮਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਬਚਪਨ ਵਿੱਚ ਤਾਂ ਇਹਨੂੰ ਆਪ ਸਮਝ ਨਹੀਂ ਹੁੰਦੀ, ਤੇ ਵਡੇਪੇ ਵਿੱਚ ਸਮਝ ਆਉਂਦੀ, ਉਦੋਂ ਸਰੀਰ ਨਹੀਂ ਕੰਮ ਕਰਦਾ। ਜਿਵੇਂ ਦੁਨਿਆਵੀ ਕੰਮ ਕਰਨ ਦੀ ਉਮਰ ਵੀ ਉਹੀ ਹੈ ਜਿਹੜੀ ਨਾਮ ਜਪਣ ਦੀ ਉਮਰ ਹੈ ਨਾ। ਦੁਨਿਆਵੀ ਕੰਮ ਆਪਾਂ ਕਦੋਂ ਤੱਕ ਕਰ ਸਕਦੇ ਹਾਂ? ਜਦੋਂ ਆਪਾਂ ਨੂੰ ਸਮਝ ਆ ਗਈ ਆਪਣਾ ਸਰੀਰ ਰਿਸ਼ਟ ਪੁਸ਼ਟ ਹੈ। ਤਾਂ ਉਹ ਬਚਨ ਆਉਂਦੇ ਨੇ ਬਾਣੀ ਵਿੱਚ, ਜਬ ਲਗ ਜਰਾ ਰੋਗ ਨਹੀਂ ਆਇਆ। ਜਦੋਂ ਤੱਕ ਤੈਨੂੰ ਵਡੇਪੇ ਦਾ ਰੋਗ ਨਹੀਂ ਲੱਗਾ, ਕਿਉਂਕਿ ਜਦੋਂ ਵਡੇਪੇ ਦਾ ਰੋਗ ਲੱਗ ਗਿਆ ਫਿਰ ਨਾ ਚੌਂਕੜਾ ਮਾਰ ਕੇ ਬੈਠ ਹੁੰਦਾ ਹੈ, ਸਰੀਰ ਦੁਖਣ ਲੱਗ ਜਾਂਦਾ ਹੈ, ਤੇ ਨਾ ਸੁਰਤ ਜੁੜਦੀ, ਕਿਉਂਕਿ ਸੁਰਤ ਖੰਡਾਅ ਵਿੱਚ ਆ ਜਾਂਦੀ ਹੈ। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਤੇ ਇਹਦੇ ਅੰਦਰ ਜ਼ਿਆਦਾ ਫੁਰਨੇ ਪੈਦਾ ਹੋਣ ਲੱਗ ਜਾਂਦੇ ਨੇ। ਬੱਚਿਆਂ ਵਾਲੀ ਬਿਰਤੀ ਬਣ ਜਾਂਦੀ ਹੈ, ਇਹ ਖਾਣਾ, ਉੱਧਰ ਜਾਣਾ, ਇਹ ਕਰਨਾ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਤੇ ਹੁਣ ਪੁੱਛੀਏ ਜਰਾ ਰੋਗ ਕਦੋਂ ਲੱਗਦਾ ਹੈ? ਇਹ ਵੀ ਦੱਸਿਆ ਬਾਣੀ ਦੇ ਵਿੱਚ, ਜਰਾ ਰੋਗ ਕਦੋਂ ਲੱਗਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ 10 ਬਾਲਤਨ 20 ਰਵਣ ਤੀਸਾ ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਕਿਸੇ, 60 ਕੇ ਬੁਢੇਪਾ ਆਵੈ, 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੈ, 90 ਕਾ ਸੇਜਸਨੀ ਮੂਲ ਨਾ ਜਾਣੈ, ਅਪ ਬਲ ਢੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। 10 ਬਾਲਤਨ 10 ਸਾਲ ਤਾਂ ਬੱਚਿਆਂ ਵਾਲੀ ਬਿਰਤੀ, ਬਾਲਪਣ ਹੁੰਦਾ ਹੈ, ਸਮਝ ਨਹੀਂ ਹੁੰਦੀ। 10 ਬਾਲਪਨ 20 ਰਵਣ, 20 ਸਾਲਾਂ ਦਾ ਜਦੋਂ ਹੋ ਗਿਆ ਤੇ ਫਿਰ ਜਵਾਨ ਹੋ ਜਾਂਦਾ ਹੈ। ਜਦੋਂ 30 ਸਾਲ ਦਾ ਹੁੰਦਾ ਫਿਰ ਆਪਣੇ ਆਪ ਨੂੰ ਕਹਿੰਦਾ ਮੇਰੇ ਵਰਗਾ ਸੋਹਣਾ ਹੋਰ ਕੋਈ ਦੁਨੀਆ ਤੇ ਹੈ ਹੀ ਨਹੀਂ। ਤੀਸਾ ਕਾ ਸੁੰਦਰ ਕਹਾਵੈ, 40 ਪੁਰ ਹੋਏ, 40 ਸਾਲ, 40ਵਾਂ ਸਾਲ ਜਵਾਨੀ ਦਾ ਐਂਡ ਦਾ ਸਾਲ ਹੈ। ਇਸ ਤੋਂ ਅੱਗੇ ਵਡੇਪੇ ਦੀ ਸ਼ੁਰੂਆਤ ਹੋ ਜਾਂਦੀ ਹੈ। 40ਵਾਂ ਸਾਲ ਐਂਡ, ਜਵਾਨੀ ਪੂਰੇ ਜ਼ੋਰ 'ਤੇ ਹੁੰਦੀ 40 ਸਾਲ। 40 ਪੁਰ ਹੋਏ 85 ਪੱਗ ਹਿੱਸਾ। ਜਦੋਂ 50 ਸਾਲਾਂ ਦਾ ਹੁੰਦਾ ਹੈ ਪੈਰ ਖਿਸਕਣ ਲੱਗ ਜਾਂਦੇ ਨੇ, ਉਹ ਤਾਕਤ ਨਹੀਂ ਰਹਿ ਜਾਂਦੀ। 60 ਕੇ ਵਡੇਪਾ ਆਵੈ, 60 ਸਾਲ ਦੀ ਉਮਰ ਵਡੇਪਾ ਆ ਗਿਆ। ਬਸ ਹੁਣ ਨਾਮ ਜਪਣਾ ਔਖਾ ਹੈ। ਜਵਾਨ ਬੰਦਾ ਅੱਧੀ ਰਾਤ ਨੂੰ ਵੀ ਉੱਠ ਕੇ ਅਭਿਆਸ ਕਰ ਸਕਦਾ ਹੈ, ਠੰਡ ਦੀ ਪਰਵਾਹ ਨਹੀਂ, ਗਰਮੀ ਦੀ ਪਰਵਾਹ ਨਹੀਂ। ਤੇ ਬਜ਼ੁਰਗ ਨੇ ਤੇ ਸਾਰੇ ਪਾਸੇ ਵੇਖਣਾ ਵੀ ਹੁਣ ਸਰਦੀ ਹੈ, ਗਰਮੀ ਹੈ, ਕੀ ਮੌਸਮ ਹੈ, ਸਾਰੇ ਪਾਸੇ ਤੇ ਸਰੀਰ ਕੰਮ ਵੀ ਨਹੀਂ ਕਰਦਾ, ਅਸਰ ਵੀ ਹੁੰਦਾ ਹੈ। ਠੰਡੇ ਪਾਣੀ ਨਾਲ ਨਹੀਂ ਨਹਾ ਸਕਦਾ ਬਜ਼ੁਰਗ ਬੰਦਾ। ਤਾਂ ਇਸੇ ਤਰ੍ਹਾਂ ਇਹ ਉਮਰ ਹੁੰਦੀ ਨਾ, ਜਿਵੇਂ ਦੁਨਿਆਵੀ ਕੰਮ ਕਰਨ ਦੀ ਵੀ ਉਹੀ ਉਮਰ ਹੈ, ਨਾਮ ਜਪਣ ਦੀ ਵੀ ਉਹੀ ਉਮਰ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਦਵੈਤ ਭਾਵ ਵਿੱਚ ਲੱਗ ਕੇ ਖੁਆਰ ਹੋਇਆ ਫਿਰ ਪਛਤਾਉਂਦਾ। ਜੰਮਣ ਮਰਨਾ ਚੋ ਕਈ ਹੋਮੈ ਵਿੱਚ ਦੁੱਖ ਪਾਏ। ਜੰਮਣ ਮਰਨ ਦਾ ਗੇੜ ਪੈ ਗਿਆ, ਇਹ ਖਤਮ ਨਹੀਂ ਹੁੰਦਾ। ਹੋਮੈ ਕਰਕੇ ਫਿਰ ਦੁੱਖ ਪਾਉਂਦਾ ਹੈ। ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾਏ। ਜਿਨ੍ਹਾਂ ਨੇ ਸਤਿਗੁਰੂ ਵਿੱਚ ਚਿਤ ਲਾਇਆ ਉਹਨਾਂ ਵਿੱਚੋਂ ਕੋਈ ਵੀ ਖਾਲੀ ਨਹੀਂ ਰਿਹਾ। ਜਿਹਨੇ ਵੀ ਚਿੱਤ ਜੋੜਿਆ ਉਹਨੂੰ ਕੁਝ ਨਾ ਕੁਝ ਪ੍ਰਾਪਤੀ ਜ਼ਰੂਰ ਹੋਈ। ਜਿਹੜਾ ਸਕੂਲ ਵਿੱਚ ਪੜ੍ਹਨ ਗਿਆ ਉਹਨੂੰ ਕੁਝ ਨਾ ਕੁਝ ਤਾਂ ਪੜ੍ਹਿਆ ਹੀ ਹੈ ਨਾ।
ਚਲੋ ਪ੍ਰਿੰਸੀਪਲ ਨਹੀਂ ਲੱਗੇਗਾ, ਚਪੜਾਸੀ ਤੇ ਲੱਗ ਹੀ ਜਾਵੇਗਾ ਨਾ। ਜਿਹੜਾ ਪੜ੍ਹਦਾ ਰਿਹਾ ਨਾ ਬੱਚਾ, ਉਹ ਬਹੁਤੇ ਨੰਬਰ ਨਹੀਂ ਵੀ ਲੈ ਸਕਿਆ, ਕਮ ਸੇ ਕਮ ਸਰਕਾਰੀ ਜੋਬ ਹੈ, ਚਪੜਾਸੀ ਲੱਗ ਗਿਆ ਹੈ, ਕੋਈ ਕੁਝ ਬਣ ਗਿਆ ਹੈ। ਜਿਹੜਾ ਜਿੰਨਾ ਵੀ ਕੋਈ ਨਾਮ ਦਾ ਅਭਿਆਸ ਕਰੇਗਾ, ਕੁਝ ਨਾ ਕੁਝ ਦਾਤ ਪ੍ਰਾਪਤ ਹੁੰਦੀ, ਰੂਹਾਨੀਅਤ ਦੀ ਬ੍ਰਹਿਮਤ ਹੁੰਦੀ, ਸਤਿਗੁਰੂ ਦੀ। ਮਹਾਰਾਜ ਕਹਿੰਦੇ ਦਿਨ ਜਮ ਕੀ ਦਲ ਬਣਾਓ ਵੀ ਨਾ ਹੋਏ ਦੁੱਖ ਸਹਾਏ। ਉਹਨਾਂ ਨੂੰ ਜਮ ਦੀ ਤਲਬ ਨਹੀਂ, ਭਾਵ ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ, ਤੇ ਨਾ ਉਹਨਾਂ ਨੂੰ ਫਿਰ ਜਮਾਂ ਦਾ ਦੁੱਖ ਸਹਿਣਾ ਪੈਂਦਾ। ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਏ। ਗੁਰਮੁਖ ਜਿਹੜੇ ਹਨ ਉਹ ਸੰਸਾਰ ਦੇ ਵਿਕਾਰਾਂ ਤੋਂ, ਜਮਾਂ ਦੀ ਮਾਰ ਤੋਂ ਉਭਰ ਗਏ, ਬਚ ਗਏ, ਤੇ ਚਲੇ ਕਿੱਥੇ ਗਏ? ਸੱਚੇ ਸ਼ਬਦ ਸਮਾਏ, ਸੱਚੇ ਸ਼ਬਦ ਦੇ ਵਿੱਚ ਸਮਾ ਗਏ। ਬਸ ਦੋ ਚੀਜ਼ਾਂ ਨੇ, ਜਾਂ ਦੁੱਖ ਹੈ ਜਾਂ ਸੁੱਖ ਹੈ। ਜਾਂ ਬੰਦਾ ਦੁੱਖ ਵਾਲੇ ਪਾਸੇ ਜਾਏਗਾ ਜਾਂ ਸੁੱਖ ਵਾਲੇ ਪਾਸੇ ਜਾਏਗਾ, ਜਾਂ ਚੰਗੇ ਪਾਸੇ ਜਾਂ ਮਾੜੇ ਪਾਸੇ। ਜਿਨ੍ਹਾਂ ਨੇ ਨਾਮ ਜਪਿਆ ਉਹ ਚੰਗੇ ਪਾਸੇ ਚਲੇ ਗਏ, ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਏ। ਪੌੜੀ ਢਾਡੀ ਤੇ ਸਾਨੂੰ ਆਖੀ ਹੈ, ਜੇ ਖਸਮੈ ਧਰੇ ਪਿਆਰ। ਢਾਡੀ ਜੋ ਢੱਡ ਵਜਾ ਕੇ ਜਸ ਗਾਵੇ। ਮਹਾਰਾਜ ਕਹਿੰਦੇ ਢਾਡੀ ਅਸਲ ਵਿੱਚ ਉਹ ਹੈ ਜਿਹੜਾ ਆਪਣੇ ਖਸਮ ਮਾਲਕ ਵਾਹਿਗੁਰੂ ਨਾਲ ਪਿਆਰ ਕਰਦਾ। ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਉਹ ਸੁਚੇਤ ਹੋ ਕੇ ਦਰ ਤੇ ਖੜਾ ਹੋ ਕੇ, ਭਾਵ ਉਹਦਾ ਹੀ ਬਣ ਕੇ, ਸੁਚੇਤ ਹੋ ਕੇ ਦਰ ਦਾ ਖੜੇ ਹੋਣ ਤੋਂ ਭਾਵ ਇਹ ਵੀ ਹੈ ਕਿਸੇ ਹੋਰ ਦਰ ਤੇ ਨਹੀਂ ਜਾਂਦਾ। ਉਹ ਵੀ ਕਦੇ ਕਿਸੇ ਨੂੰ ਮੱਥਾ ਟੇਕਣ ਲੱਗ ਪਿਆ, ਕਦੇ ਕਿਸੇ ਨੂੰ ਮੱਥਾ ਟੇਕਣ ਲੱਗ ਪਿਆ, ਇੱਕੋ ਦਰ ਤੇ ਸੁਚੇਤ ਹੋ ਕੇ ਖੜ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਉਹਦੇ ਅੰਦਰ ਹੁੰਦੀ ਹੈ। ਉਹ ਕਿਸੇ ਮੜੀ ਮੱਟੀ ਕਬਰ ਨੂੰ ਨਹੀਂ ਪੂਜਦਾ। ਢਾਡੀ ਦਰ ਕਰ ਪਾਏ ਸੀ ਸੱਚ ਰੱਖੈ ਉਰ ਧਾਰ। ਉਸ ਢਾਡੀ ਨੂੰ ਦਰ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸੱਚ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ। ਢਾਡੀ ਕਾ ਮੈਲ ਅਗਲਾ ਹਰ ਕਹਿ ਨਾਏ ਪਿਆਰ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਨਾਲ ਪਿਆਰ, ਉਹਨਾਂ ਨੂੰ ਵਾਹਿਗੁਰੂ ਦਾ ਮਹਿਲ ਅਗਲਾ, ਵੱਡਾ ਮਹਿਲ ਭਾਵ ਵੱਡੇ ਵਾਹਿਗੁਰੂ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਲਾ ਬਹੁਤ ਜ਼ਿਆਦਾ ਲਾਭ, ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ। ਜਿਹੜੀ ਢਾਡੀ ਸੇਵਾਦਾਰ ਸੇਵਕ ਹੈ, ਉਹ ਚਾਹ ਦੇ ਨਾਲ ਸੇਵਾ ਕਰਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਬੜੇ ਪ੍ਰੇਮ ਨਾਲ ਜਪਦਾ ਹੈ, ਤੇ ਜਪ ਕੇ ਉਹਦਾ ਭਲਾ ਹੋ ਜਾਂਦਾ ਹੈ। ਵਾਹਿਗੁਰੂ ਦਾ ਨਾਮ ਜਪ ਕੇ ਭਲੀ ਭਾਂਤ ਉਹ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਦੁਆਰਾ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਦੀ ਅਗਮ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਸੋ ਸਾਧ ਸੰਗਤ ਜੀਓ, ਅੱਜ ਦਾ ਜੋ ਪਾਵਨ ਦਿਹਾੜਾ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਹੈ। ਸਤਿਗੁਰੂ ਜੀ ਦੇ ਅਨੰਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਦਾ ਵੀ ਪਾਵਨ ਸ਼ਹੀਦੀ ਦਿਹਾੜਾ ਹੈ। ਦਰਗਾਹੀ ਬਾਣੀ ਦੇ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਆਓ ਹੁਣ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜੀਏ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।